सरहद पर तनाव है क्या? पता करो, जनाब है क्या? ਐਲਐਮਏ ਸਾਹਿਬ ਨੂੰ मैं ਉਦੋਂ ਦਾ ਜਾਣਦਾ ਜਦੋਂ ਇਹ ਐਲਐਮਏ ਨਹੀਂ ਹੁੰਦੇ ਸਾਡੇ ਪਿੰਡ ਉਦੋਂ ਭੁੱਕੀ ਵੇਚਣ ਆਉਂਦੇ ਹੁੰਦੇ। मैं अपने आप को मान साहब कह के बुलाता हूँ। बोलकर बैठ जाऊंगा, कृपया घंटी मत बजाना, फिर डिस्टर्ब हो जाता है। जाके उनको सूंघते थे कि क्या रो, ये तो हालात हैं सर। दिन रात शराबी रहता बाई ते जेड़ा थोड़े पिंड 4 साल तो दिन रात शराबी हैगा जिਉਂਦਾ। ਸੰਗਰੂਰ ਜ਼ਿਲ੍ਹੇ ਦੇ ਪਿੰਡ ਸਤੌਜ ਵਿੱਚ ਇੱਕ ਆਮ ਜਿਹੇ ਘਰ ਵਿੱਚ 17 ਅਕਤੂਬਰ 1973 ਨੂੰ ਮਾਤਾ ਹਰਪਾਲ ਕੌਰ ਪਿਤਾ ਮਾਸਟਰ ਮਹਿੰਦਰ ਸਿੰਘ ਦੇ ਘਰ ਜਨਮਿਆ ਇੱਕ ਕਲਾਕਾਰ ਵਿਅੰਗਕਾਰ ਜਿਸ ਨੂੰ ਲੋਕਾਂ ਦੇ ਪਿਆਰ ਨੇ ਸਿਖਰਾਂ ਤੱਕ ਪਹੁੰਚਾਇਆ। ਅੱਜ ਉਹਨਾਂ ਲੋਕਾਂ ਦੇ ਪਿਆਰ ਦਾ ਕਰਜ਼ ਉਤਾਰ ਉਹਨਾਂ ਲੋਕਾਂ ਦੀ ਆਵਾਜ਼ ਬਣ ਸੱਤਾ ਦੇ ਗਲਿਆਰਿਆਂ ਵਿੱਚ ਗੂੰਜ ਰਹੇ ਭਗਵੰਤ ਮਾਨ ਦਾ ਜੀਵਨ ਪਹਿਲੇ ਦਿਨ ਤੋਂ ਹੀ ਲੋਕਾਂ ਦੇ ਮੁੱਦਿਆਂ ਤੇ ਆਧਾਰਿਤ ਰਿਹਾ। ਆਪਣੀ ਮਿਹਨਤ ਦੇ ਬਲ ਤੇ ਕਲਾਕਾਰੀ ਵਿੱਚ ਸ਼ੋਹਰਤ ਹਾਸਲ ਕਰਨ ਵਾਲੇ ਭਗਵੰਤ ਮਾਨ ਬਤੌਰ ਕਲਾਕਾਰ ਵੀ ਲੋਕਾਂ ਦੇ ਮੁੱਦੇ ਖੂਬ ਉਠਾਉਂਦੇ ਰਹੇ। दाज करके साड़ी गई भैन बोलती है, जन्म तो पहला मारी गई धी बोलती है, पर किसी ने समझने की कोशिश नहीं की कि वो बेचारी की बोलती है। ਲੋਕਾਂ ਦੇ ਚਿਹਰਿਆਂ 'ਤੇ ਮੁਸਕਾਨ ਲੈ ਕੇ ਆਉਣ ਵਾਲੇ ਭਗਵੰਤ ਮਾਨ ਦਾ ਜੀਵਨ ਮਾਲਵੇ ਦੇ ਆਮ ਬੱਚੇ ਦੀ ਤਰ੍ਹਾਂ ਹੀ ਸਤੌਜ ਪਿੰਡ ਦੀਆਂ ਗਲੀਆਂ ਵਿੱਚ ਖੇਡਦੇ ਹੋਏ ਬੀਤਿਆ। ਇਹ ਬਹੁਤ ਹੀ ਫਰਾਕ ਦਿਲ ਬੰਦੇ ਹਨ। ਮੈਂਬਰ ਪਾਰਲੀਮੈਂਟ ਹੁੰਦੇ ਹੋਏ ਆਪਣੀਆਂ ਗੱਡੀਆਂ ਦਾ ਕਾਫਲਾ ਰੋਕ ਕੇ ਕਿਸਾਨ ਦੇ ਖੇਤ ਵਿੱਚ ਲੱਗੀ ਅੱਗ ਨੂੰ ਬੁਝਾਉਣ ਲੱਗ ਜਾਂਦੇ ਸਨ। ਭਗਵੰਤ ਮਾਨ ਮਿਹਨਤ ਤੋਂ ਕਦੇ ਵੀ ਪਿੱਛੇ ਨਹੀਂ ਹਟੇ। ਕਦੇ ਪੈਦਲ ਤੇ ਕਦੇ ਸਾਈਕਲ ਤੇ ਆਪਣੇ ਪਿੰਡ ਤੋਂ 7 ਕਿਲੋਮੀਟਰ ਦੂਰ ਚੀਮਾ ਮੰਡੀ ਪੜ੍ਹਨ ਲਈ ਜਾਇਆ ਕਰਦੇ ਸਨ ਤੇ ਫਿਰ ਵਾਪਸ ਆ ਕੇ ਖੇਤੀਬਾੜੀ ਦਾ ਕੰਮ ਵੀ ਕਰਦੇ। ਸਕੂਲ ਦੀ ਪੜ੍ਹਾਈ ਪੂਰੀ ਕਰ ਭਗਵੰਤ ਮਾਨ ਨੇ ਸੁਨਾਮ ਦੇ ਸ਼ਹੀਦ ਊਧਮ ਸਿੰਘ ਕਾਲਜ ਵਿੱਚ ਕਮਰਸ ਦੀ ਪੜ੍ਹਾਈ ਸ਼ੁਰੂ ਕੀਤੀ। ਉੱਥੇ ਭਗਵੰਤ ਮਾਨ ਨੇ ਕਈ ਭਾਸ਼ਣ ਮੁਕਾਬਲਿਆਂ ਵਿਅੰਗਕਾਰਾਂ ਨਾਟਕਾਂ ਵਿੱਚ ਕਈ ਮੈਡਲ ਹਾਸਲ ਕੀਤੇ। ਉਸ ਤੋਂ ਬਾਅਦ ਭਗਵੰਤ ਮਾਨ ਸਾਹਿਬ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਇੱਕ ਤੋਂ ਇੱਕ ਟੌਪ ਦੀਆਂ ਕੈਸਟਾਂ ਕੀਤੀਆਂ। ਉਹਨਾਂ ਨੇ ਸਭ ਤੋਂ ਪਹਿਲੀ ਕੈਸਟ ਕੁਲਫੀ ਗਰਮਾ ਗਰਮ ਕੀਤੀ ਜਿਹੜੀ ਕਿ ਬਹੁਤ ਸਾਰੀ ਕਮਾਈ ਕਰਕੇ ਗਈ। ਤੇਲ ਜ਼ਿਆਦਾ ਖਾਂਦਾ ਤੁਸੀਂ ਲੋਕਾਂ ਤੋਂ ਪੈਸੇ ਖਾਣੋਂ ਹਟ ਜਾਓ, ਇਹ ਤੇਲ ਖਾਣੋਂ ਹਟ ਜਾਊਗਾ। ਓਹੋ ਯਾਰ ਭਗਵੰਤ ਮਾਨ ਸਾਹਿਬ ਨੇ ਉਸ ਤੋਂ ਬਾਅਦ ਬਹੁਤ ਸਾਰੀਆਂ ਫਿਲਮਾਂ ਵਿੱਚ ਵੀ ਸੀਨ ਕੀਤੇ ਤੇ ਉਸ ਤੋਂ ਬਾਅਦ ਭਗਵੰਤ ਮਾਨ ਸਾਹਿਬ ਨੇ ਸੋਚਿਆ ਕਿ ਕਿਉਂ ਨਾ ਜਿਵੇਂ ਉਹ ਸਿਆਸਤ ਦੇ ਉੱਤੇ ਤੰਜ ਕੱਸਦੇ ਹਨ ਆਪਣੇ ਕਮੇਡੀ ਦੇ ਵਿੱਚ ਸਿਆਸਤ ਨੂੰ ਬਦਲਣ ਦੀ ਗੱਲ ਕਰਦੇ ਸਨ। ਕਮੇਡੀ ਦੇ ਵਿੱਚ ਸਿਆਸਤਦਾਨਾਂ ਦੇ ਉੱਪਰ ਬਹੁਤ ਸਾਰਾ ਤਵਾ ਲਾਉਂਦੇ ਸਨ ਭਗਵੰਤ ਮਾਨ ਸਾਹਿਬ। ਤੇ ਐਲਐਮਏ ਸਾਹਿਬ ਨਾਲ ਕਿੰਨਾ ਪਿਆਰ ਹੈ। ਐਲਐਮਏ ਸਾਹਿਬ ਨੂੰ ਮੈਂ ਉਦੋਂ ਦਾ ਜਾਣਦਾ ਜਦੋਂ ਇਹ ਐਲਐਮਏ ਨਹੀਂ ਹੁੰਦੇ ਸਾਡੇ ਪਿੰਡ ਉਦੋਂ ਭੁੱਕੀ ਵੇਚਣ ਆਉਂਦੇ ਹੁੰਦੇ ਘੋੜੀ ਤੇ। ਮੈਂ ਤੜਕੀ 4 ਵਜੇ ਸਾਰੇ ਪਿੰਡ 'ਚ ਹੋਕਾ ਦਿੰਦਾ ਭਾਈ ਭੁੱਕੀ ਆ ਗਈ। ਤੇ ਭਗਵੰਤ ਮਾਨ ਨੇ ਉਸ ਤੋਂ ਬਾਅਦ ਰਾਜਨੀਤੀ ਵਿੱਚ ਉਤਰਨ ਦਾ ਫੈਸਲਾ ਕਰ ਲਿਆ ਤੇ ਭਗਵੰਤ ਮਾਨ ਜੁਆਇਨ ਕਰ ਲੈਂਦੇ ਨੇ ਪੀਪੀਪੀ ਪਾਰਟੀ। 2011 ਵਿੱਚ ਪੀਪੀਪੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਭਗਵੰਤ ਮਾਨ ਸਾਹਿਬ ਨੇ ਲਹਿਰਾ ਵਿਧਾਨ ਸਭਾ ਹਲਕੇ ਤੋਂ ਇਲੈਕਸ਼ਨ ਲੜੀ ਅਤੇ ਅਸਫਲ ਰਹੇ। ਜਦੋਂ ਭਗਵੰਤ ਮਾਨ ਸਾਹਿਬ ਨੂੰ ਕਨਸੂਆ ਪਹੁੰਚਿਆ ਕਿ ਪੀਪਲਜ਼ ਪਾਰਟੀ ਆਫ ਪੰਜਾਬ ਕਾਂਗਰਸ ਨਾਲ ਗੱਠਜੋੜ ਕਰ ਰਹੀ ਹੈ ਤਾਂ ਭਗਵੰਤ ਮਾਨ ਸਾਹਿਬ ਨੇ ਪੀਪਲਜ਼ ਆਫ ਪਾਰਟੀ ਤੋਂ ਅਸਤੀਫਾ ਦਿੱਤਾ। ਲੇਕਿਨ ਪਰੰਪਰਾਗਤ ਪਾਰਟੀਆਂ ਨਾਲ ਭਗਵੰਤ ਮਾਨ ਦੇ ਵਿਚਾਰ ਮੇਲ ਨਹੀਂ ਸੀ ਖਾਂਦੇ। ਇੱਕ ਵਿਅਕਤੀ ਇਸ ਤਰ੍ਹਾਂ ਦਾ ਸੀ ਜਿਸ ਦੇ ਵਿਚਾਰ ਭਗਵੰਤ ਮਾਨ ਦੇ ਨਾਲ ਮੇਲ ਖਾਂਦੇ ਸੀ, ਉਹ ਸੀ ਅਰਵਿੰਦ ਕੇਜਰੀਵਾਲ। ਜਦੋਂ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਦੇ ਹਨ ਤਾਂ ਦੋਨਾਂ ਦੇ ਵਿਚਾਰ ਇੱਕ ਹੋ ਜਾਂਦੇ ਹਨ। ਜਿੱਥੇ ਅਰਵਿੰਦ ਕੇਜਰੀਵਾਲ ਇਮਾਨਦਾਰ ਬੰਦੇ ਲੱਭ ਰਹੇ ਸਨ ਉੱਥੇ ਹੀ ਭਗਵੰਤ ਮਾਨ ਕੋਈ ਇਮਾਨਦਾਰ ਪਾਰਟੀ ਨਾਲ ਜੁੜ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਸਨ। ਫਿਰ ਕਿਸੇ 2014 ਵਿੱਚ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦਾ ਉਹ ਮੰਚ ਮਿਲਿਆ ਜਿਸ ਵਿੱਚ ਪੰਜਾਬ ਨੂੰ ਬਦਲਵੀਂ ਰਾਜਨੀਤੀ ਵੱਲ ਲੈ ਕੇ ਜਾਣ ਦੀ ਸ਼ਮਤਾ ਸੀ। ਭਗਵੰਤ ਮਾਨ ਆਪਣੀ ਕਲਾਕਾਰੀ ਛੱਡ ਪਰੰਪਰਾਗਤ ਪਾਰਟੀਆਂ ਨਾਲ ਲੜਨ ਲਈ ਮੈਦਾਨ ਵਿੱਚ ਉਤਰ ਆਏ। ਫਿਰ ਕੀ ਸੀ, ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਨੇ 2014 ਵਿੱਚ ਸੰਗਰੂਰ ਜ਼ਿਲ੍ਹੇ ਤੋਂ ਟਿਕਟ ਦੇ ਦਿੱਤੀ ਅਤੇ ਭਗਵੰਤ ਮਾਨ ਨੇ ਟਿਕਟ ਲੈਣ ਤੋਂ ਬਾਅਦ ਪੰਜਾਬੀਆਂ ਨੂੰ ਇੱਕ ਸੁਨੇਹਾ ਦਿੱਤਾ ਕਿ ਮੈਂ ਮਿਸ਼ਨ ਤੇ ਹਾਂ ਨਾ ਕਿ ਕਮਿਸ਼ਨ ਦੇ ਉੱਤੇ। ਉਸ ਤੋਂ ਬਾਅਦ ਭਗਵੰਤ ਮਾਨ ਨੂੰ ਪੰਜਾਬੀਆਂ ਨੇ ਰੱਜ ਕੇ ਵੋਟਾਂ ਪਾਈਆਂ ਤੇ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਨੂੰ ਲਗਭਗ 2 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਮਾਤ ਦਿੱਤੀ ਅਤੇ ਪੰਜਾਬੀਆਂ ਦੀ ਆਵਾਜ਼ ਬਣ ਕੇ ਸੰਸਦ ਵਿੱਚ ਜਾ ਗੂੰਜੇ। ਅਤੇ ਭਗਵੰਤ ਮਾਨ ਨੇ ਬਹੁਤ ਸਾਰੀਆਂ ਕਵਿਤਾਵਾਂ
ਰਾਹੀਂ ਲੋਕਾਂ ਨੂੰ ਸੰਦੇਸ਼ ਦਿੱਤੇ ਅਤੇ ਉਹਨਾਂ ਨੇ ਜੋ ਵੀ ਆਪਣੀ ਗੱਲ ਰੱਖਣੀ ਹੁੰਦੀ ਸੀ ਕਵਿਤਾਵਾਂ ਦੇ ਜ਼ਰੀਏ ਹੀ ਰੱਖਦੇ। तो बड़ा स्टायरिस्ट हूँ, मतलब मैं अपनी इज्जत बहुत करता हूँ, मैं अपने आप को मान साहब कह के बुलाता हूँ। चैरिटी बिगिंस एट होम। अगर मैं मान साहब नहीं कहूंगा तो फिर मुझे कौन कहेगा? राहत इंदौरी का एक शेर है, वो कह के मैं बैठ जाऊंगा ही। सरहद पर तनाव है क्या, पता करो चुनाव है क्या। मैडम आखिर में मैं एक छोटी सी कविता बोलकर बैठ जाऊंगा, कृपया घंटी मत बजाना, फिर डिस्टर्ब हो जाता है मैडम प्लीज। छोटी सी कविता है कि बात चली थी भारत को डिजिटल इंडिया बनाने से, बात चली थी भारत को डिजिटल इंडिया बनाने से, बात चली थी एक के बदले 10 सर काट कर लाने से, बात चली थी बुलेट ट्रेन चलाने से, बात चली थी 56 इंच का सीना दिखाने से। कहां गई वो 100 दिन में काले धन की बात? पिछले 4 साल से देश की जनता सुन रही है सिर्फ रेडियो पर मन की बात। चौकीदार देख रहा है, चौकीदार देख रहा है और लोग बैंकों को चूना लगाकर भगौड़े हो रहे हैं और लाखों पढ़े लिखे नौजवानों के सपने आंखों के सामने पकौड़े हो रहे हैं। मोदी जी अगले 6-7 महीने में आप जाने वाले हैं, कृपया जाते जाते ही बता दीजिए अच्छे दिन कब आने वाले हैं। बहुत बहुत शुक्रिया। ਰਾਜਨੀਤੀ ਵਿੱਚ ਸਰਗਰਮ ਰਹਿਣ ਤੋਂ ਬਾਅਦ ਭਗਵੰਤ ਮਾਨ ਦੀ ਪਤਨੀ ਇੰਦਰਪ੍ਰੀਤ ਕੌਰ ਦਾ ਭਗਵੰਤ ਮਾਨ ਸਾਹਿਬ ਨਾਲ 2015 ਵਿੱਚ ਤਲਾਕ ਹੋ ਜਾਂਦਾ ਹੈ। 2014 ਦੇ ਇਲੈਕਸ਼ਨ ਵਿੱਚ ਭਗਵੰਤ ਮਾਨ ਦੀ ਘਰਵਾਲੀ ਭਗਵੰਤ ਮਾਨ ਸਾਹਿਬ ਦੇ ਨਾਲ ਪ੍ਰਚਾਰ ਕਰਦੀ ਵੀ ਨਜ਼ਰ ਆਈ ਸੀ। ਭਗਵੰਤ ਮਾਨ ਸਾਹਿਬ ਦੇ 2 ਬੱਚੇ ਹਨ, ਜਿਨ੍ਹਾਂ ਵਿੱਚ ਇੱਕ ਧੀ ਅਤੇ ਇੱਕ ਪੁੱਤਰ, ਜੋ ਅੱਜਕੱਲ੍ਹ ਅਮਰੀਕਾ ਦੇ ਵਿੱਚ ਸੈੱਟ ਹਨ। ਇਸ ਵਿਚਾਲੇ ਭਗਵੰਤ ਮਾਨ ਸਾਹਿਬ ਤੇ ਸ਼ਰਾਬ ਪੀ ਕੇ ਸੰਸਦ ਵਿੱਚ ਜਾਣ ਜਾਂ ਨਿੱਜੀ ਜ਼ਿੰਦਗੀ ਵਿੱਚ ਸ਼ਰਾਬ ਨਾਲ ਡੱਕੇ ਰਹਿਣ ਦੇ ਇਲਜ਼ਾਮ ਵੀ ਲੱਗਦੇ ਰਹੇ, ਜਿਸ ਤੇ ਭਗਵੰਤ ਮਾਨ ਸਾਹਿਬ ਸਫਾਈ ਦਿੰਦੇ ਵੀ ਨਜ਼ਰ ਆਏ। ਪਰ ਇੱਕ ਗੱਲ ਖਾਸ ਸੀ, ਭਗਵੰਤ ਮਾਨ ਸਾਹਿਬ ਕਦੇ ਵੀ ਪਿੱਛੇ ਨਹੀਂ ਹਟੇ। ਮੈਨੂੰ ਪਰਸਨਲ ਪ੍ਰੋਬਲਮ ਹੋ ਰਹੀ ਹੈ, ਮੇਰੇ ਨਾਲ ਜਿਹੜਾ 496 नंबर ਦੀ सीट है उतो सवेरे सवेरे डांट मार दी थी शराब। आते थे आसपास के सारे बोलते थे हमारी सीट बदल दो। सर जब बोलते थे लोग आके इधर बैठे होंगे पहलवान जी कहीं पे जाके उनको सूंघते थे कि क्या हो, ये तो हालात हैं सर ये बन गए हमारे बदलाव वाले मुख्यमंत्री। ਉਹਨੂੰ ਕਹਿੰਦੇ ਰਾਜ ਹੈ। ਭਗਵੰਤ ਮਾਨ ਬਾਰੇ ਉਫਾ ਕਹਿੰਦੇ ਦਿਨ ਰਾਤ ਸ਼ਰਾਬੀ ਰਹਿੰਦਾ ਬਾਈ, ਤੇ ਜਿਹੜਾ ਤੁਹਾਡੇ ਪਿੰਡ 4 ਸਾਲ ਤੋਂ ਦਿਨ ਰਾਤ ਸ਼ਰਾਬੀ ਹੈ ਉਹ ਹੈਗਾ ਜਿਉਂਦਾ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਗ੍ਰਾਫ ਪੰਜਾਬ ਦੇ ਵਿੱਚ ਕਦੇ ਵੱਧਦਾ ਗਿਆ ਕਦੇ ਘਟਦਾ ਗਿਆ, ਪਰ ਭਗਵੰਤ ਮਾਨ ਦੀ ਲੋਕਪ੍ਰਿਯਤਾ ਘੱਟ ਨਹੀਂ ਹੋਈ ਅਤੇ 17 ਦੇ ਇਲੈਕਸ਼ਨ ਵਿੱਚ ਆਮ ਆਦਮੀ ਪਾਰਟੀ ਬਹੁਤੀ ਚੰਗੀ ਕਾਰਗੁਜ਼ਾਰੀ ਨਹੀਂ ਦਿਖਾ ਸਕੀ ਤੇ ਭਗਵੰਤ ਮਾਨ ਸਾਹਿਬ ਨੇ 2019 ਦੇ ਇਲੈਕਸ਼ਨ ਵਿੱਚ 1,11,000 ਵੋਟਾਂ ਨਾਲ ਸੰਗਰੂਰ ਜ਼ਿਲ੍ਹੇ ਤੋਂ ਜਿੱਤ ਕੇ ਐਮਪੀ ਦੀ ਕੁਰਸੀ ਤੇ ਦੁਬਾਰਾ ਫਿਰ ਤੋਂ ਕਬਜ਼ਾ ਕਰ ਲਿਆ ਤੇ ਭਗਵੰਤ ਮਾਨ ਸਾਹਿਬ ਦੀ ਲੋਕਪ੍ਰਿਯਤਾ ਵੱਧਦੀ ਗਈ ਤੇ ਉਸ ਤੋਂ ਬਾਅਦ ਇਲੈਕਸ਼ਨ ਆਉਂਦਾ 2022 ਦਾ। 2022 ਦੇ ਇਲੈਕਸ਼ਨ ਵਿੱਚ ਭਗਵੰਤ ਮਾਨ ਦੀ ਬਹੁਤ ਜ਼ਿਆਦਾ ਲੋਕਪ੍ਰਿਯਤਾ ਸੀ। ਅਸੀਂ ਸੀਐਮ ਕੈਂਡੀਡੇਟ ਦੀ ਭਗਵੰਤ ਮਾਨ ਜੀ ਨੂੰ ਚਾਹੁੰਦੇ ਹਾਂ ਜੀ। ਸਾਡੇ ਹਿਸਾਬ ਨਾਲ ਭਗਵੰਤ ਮਾਨ ਹੋਣਾ ਚਾਹੀਦਾ। ਅਸੀਂ ਭਗਵੰਤ ਮਾਨ ਜੀ ਨੂੰ ਚਾਹੁੰਦੇ ਹਾਂ ਸੀਐਮ ਦਾ ਚਿਹਰਾ। ਸੀਐਮ ਦਾ ਚਿਹਰਾ ਅਸੀਂ ਭਗਵੰਤ ਮਾਨ ਸਾਹਿਬ ਜੀ ਨੂੰ ਵੀ ਚਾਹੁੰਦੇ ਹਾਂ। ਕਿ ਪੁਰਜੋਰ ਕੇਜਰੀਵਾਲ ਸਾਹਿਬ ਅੱਗੇ ਵੀ ਇਹ ਬੇਨਤੀ ਕਰਦੇ ਹਾਂ ਕਿ ਭਗਵੰਤ ਮਾਨ ਨੂੰ ਪੰਜਾਬ ਦਾ ਸੀਐਮ ਦਾ ਚਿਹਰਾ ਦੇਣ। ਲੋਕਪ੍ਰਿਯਤਾ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਭਗਵੰਤ ਮਾਨ ਦਾ ਨਾਮ ਹੈ ਜਿਹੜਾ ਉਹ ਸੀਐਮ ਅਹੁਦੇ ਲਈ ਅਨਾਉਂਸ ਕੀਤਾ ਜਾਂਦਾ ਹੈ। 93.3% लोगों ने सरदार भगवंत मान का नाम लिया। पंजाब के अगले सीएम और आम आदमी पार्टी का सीएम चेहरा औपचारिक रूप से सरदार भगवंत मान को डिक्लेयर करते हुए ਤੇ ਉਸ ਤੋਂ ਬਾਅਦ 92 ਸੀਟਾਂ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਵਿੱਚ ਸਰਕਾਰ ਬਣਾਉਂਦੀ ਹੈ ਤੇ ਭਗਵੰਤ ਮਾਨ ਸਾਹਿਬ ਸੀਐਮ ਬਣਦੇ ਨੇ। ਮੈਂ ਭਗਵੰਤ ਮਾਨ ਈਸ਼ਵਰ ਦੀ ਸਹੁੰ ਚੁੱਕਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਤੇ ਨਿਸ਼ਠਾ ਰੱਖਾਂਗਾ ਕਿ ਮੈਂ ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਕਿ ਮੈਂ ਪੰਜਾਬ ਰਾਜ ਦੇ ਮੁੱਖ ਮੰਤਰੀ ਵਜੋਂ ਆਪਣੇ ਕਰਤੱਵਾਂ ਨੂੰ ਵਫਾਦਾਰੀ ਤੇ ਸ਼ੁੱਧ